ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਸੀ, ਪਰ ਉਹ ਬਾਪ ਨਹੀਂ ਬਣ ਸਕਦਾ ਸੀ। ਇੱਕ ਦਿਨ ਉਹ ਮੈਨੂੰ ਕਹਿਣ ਲੱਗਿਆ ਕਿ ਮੇਰੀ ਭੈਣ ਦਾ ਪਤੀ ਮਰ ਗਿਆ, ਆਪਾਂ ਉਸ ਦਾ ਬੱਚਾ ਰੱਖ ਲੈਂਦੇ ਹਾਂ, ਨਾਲੇ ਉਹ ਇਕੱਲੀ ਰਹਿ ਗਈ, ਉਸ ਨੂੰ ਆਪਣੇ ਘਰ ਬੁਲਾ ਲੈਂਦੇ ਹਾਂ। ਆਪਣੇ ਪਤੀ ਦੀ ਇਸ ਗੱਲ 'ਤੇ ਮੈਨੂੰ ਕੋਈ ਇਤਰਾਜ਼ ਨਹੀਂ ਸੀ। ਮੈਂ ਇਸ ਗੱਲ ਮੰਨ ਲਈ, ਪਰ ਮੈਂ ਇੱਕ ਹੈਰਾਨ ਹੋ ਕੇ ਰਹਿ ਗਈ। ਬੱਚੇ ਦੀ ਲੱਤ ਉੱਤੇ ਇੱਕ ਅਜੀਬ ਜਿਹਾ ਨਿਸ਼ਾਨ ਸੀ, ਪਰ ਉਹ ਜਿਹਾ ਨਿਸ਼ਾਨ ਮੇਰੇ ਪਤੀ ਦੀ ਲੱਤ ਉੱਪਰ ਵੀ ਸੀ। ਫਿਰ ਇੱਕ ਰਾਤ ਜਦੋਂ ਮੇਰੇ ਪਤੀ ਆਪਣੀ ਭੈਣ ਦੇ ਕਮਰੇ ਵਿੱਚ ਗਿਆ ਤਾਂ ਉਹਨਾਂ ਨੂੰ ਇਕੱਠਿਆਂ ਦੇਖ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਉਹ ਦੋਨੋਂ ਮੈਂ ਆਪਣੇ ਮਾਂ-ਬਾਪ ਦੀ ਇਕੱਲੀ ਬੇਟੀ ਸੀ। ਪਰਮਾਤਮਾ ਸਾਨੂੰ ਸਭ ਕੁਝ ਦਿੱਤਾ ਸੀ। ਸਾਡੇ ਕੱਪੜੇ ਬਹੁਤ ਵੱਡਾ ਕਾਰੋਬਾਰ ਸੀ, ਸਾਡੀਆਂ ਕਈ ਫੈਕਟਰੀਆਂ ਚੱਲਦੀਆਂ ਸੀ। ਮੇਰੇ ਪਾਪਾ ਦੇ ਕੋਈ ਬੇਟਾ ਨਹੀਂ ਸੀ, ਇਸੇ ਲਈ ਮੈਂ ਆਪਣੇ ਪਾਪਾ ਦੇ ਨਾਲ ਖੁਦ ਹੀ ਕੰਮ ਕਰਨ ਵਿੱਚ ਹੱਥ ਵਟਾਉਣ ਲੱਗੀ। ਮੇਰੇ ਹੱਥਾਂ ਵਿੱਚ ਬਹੁਤ ਬਰਕਤ ਸੀ। ਮੈਂ ਜਿਸ ਚੀਜ਼ 'ਤੇ ਹੱਥ ਰੱਖਦੀ ਸੀ ਉਹ ਕਾਰੋਬਾਰ ਵਿੱਚ ਤਰੱਕੀ ਹੀ ਤਰੱਕੀ ਹੁੰਦੀ ਜਾਂਦੀ। ਮੇਰੇ ਪਾਪਾ ਨੇ ਮੇਰੇ ਕੰਮ ਅਤੇ ਮੇਰੀ ਕਿਸਮਤ ਨੂੰ ਦੇਖਦੇ ਹੋਏ ਸਾਰਾ ਕਾਰੋਬਾਰ ਮੇਰੇ ਹਵਾਲੇ ਕਰ ਦਿੱਤਾ। ਨਾਲੇ ਉਹਨਾਂ ਦੀ ਉਮਰ ਵੀ ਹੋ ਗਈ ਸੀ, ਉਹ ਖੁਦ ਆਰਾਮ ਕਰਨ ਰਹਿਣ ਲੱਗੇ। ਮੈਨੂੰ ਕਾਰੋਬਾਰ ਸੰਭਾਲਦੇ ਹੋਏ 1 ਸਾਲ ਹੀ ਹੋਇਆ ਸੀ ਕਿ ਮੇਰੇ ਮੰਮੀ ਪਾਪਾ ਦੀ ਕਾਰ ਐਕਸੀਡੈਂਟ ਵਿੱਚ ਮੌਤ ਹੋ ਗਈ। ਮੇਰੇ ਪਾਪਾ ਨੇ ਜਾਂਦੇ ਜਾਂਦੇ ਮੈਨੂੰ ਇੰਨਾ ਸਭ ਕੁਝ ਸਿਖਾ ਦਿੱਤਾ ਸੀ। ਹੁਣ ਮੈਂ ਇਕੱਲੀ ਆਪਣਾ ਕਾਰੋਬਾਰ ਸੰਭਾਲ ਸਕਦੀ ਸੀ, ਪਰ ਮਾਂ-ਬਾਪ ਦੇ ਗੁਜ਼ਰਨ ਤੋਂ ਬਾਅਦ ਮੈਂ ਬਹੁਤ ਇਕੱਲੀ ਹੋ ਗਈ ਸੀ। ਫਿਰ ਮੈਂ ਇਕੱਲੇਪਨ ਤੋਂ ਬਚਣ ਲਈ ਸਾਰਾ ਦਿਨ ਦਫ਼ਤਰ ਫੈਕਟਰੀ ਵਿੱਚ ਹੀ ਕੱਢ ਦਿੰਦੀ। ਇੱਕ ਦਿਨ ਮੈਂ ਫੈਕਟਰੀ ਵਿੱਚ ਘੁੰਮ ਰਹੀ ਸੀ ਤਾਂ ਇੱਕ ਫੈਕਟਰੀ ਵਰਕਰ ਮੇਰੇ ਨਾਲ ਟਕਰਾ ਗਿਆ। ਉਹ ਪਿਛਲੇ 4 ਸਾਲਾਂ ਤੋਂ ਸਾਡੀ ਫੈਕਟਰੀ ਵਿੱਚ ਇੰਚਾਰਜ ਸੀ। ਜਦੋਂ ਜਦੇ ਤੌਰ 'ਤੇ ਕੰਮ ਕਰ ਰਿਹਾ ਸੀ, ਉਹ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਇੰਨਾ ਪਸੰਦ ਆਇਆ ਕਿ ਮੈਂ ਉਸਨੂੰ ਹਰ ਰੋਜ਼ ਬੁਲਾਉਣ ਲੱਗੀ। ਮੈਂ ਉਸਨੂੰ ਬਹਾਨੇ ਨਾਲ ਆਪਣੇ ਦਫ਼ਤਰ ਵਿੱਚ ਬੁਲਾਇਆ ਅਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ। ਫਿਰ ਹੌਲੀ-ਹੌਲੀ ਮੈਂ ਉਸਨੂੰ ਆਪਣਾ ਅਸਿਸਟੈਂਟ ਬਣਾ ਲਿਆ ਅਤੇ ਸਾਰੀਆਂ ਜ਼ਿੰਮੇਵਾਰੀਆਂ ਉਸ ਉੱਪਰ ਹੀ ਛੱਡ ਦਿੱਤੀਆਂ। ਹੁਣ ਉਹ ਸਾਰਾ ਦਿਨ ਮੇਰੇ ਨਾਲ ਰਹਿੰਦਾ। ਉਹ ਮੇਰੇ ਨਾਲ ਬਹੁਤ ਵਧੀਆ ਵਰਤਾਵ ਕਰਦਾ, ਮੇਰਾ ਖਿਆਲ ਰੱਖਦਾ, ਮੇਰੀ ਇੱਜ਼ਤ ਕਰਦਾ। ਇਹ ਸਭ ਮੈਨੂੰ ਚੰਗਾ ਲੱਗਦਾ ਹੈ। ਸਾਨੂੰ ਇਸ ਤਰ੍ਹਾਂ ਇਕੱਠੇ ਰਹਿੰਦੇ ਰਹਿਣਾ 1 ਸਾਲ ਲੰਘ ਗਿਆ। ਫਿਰ ਮੈਂ ਸੋਚਿਆ ਕਿਉਂ ਨਾ ਮੈਂ ਇਸ ਨਾਲ ਵਿਆਹ ਕਰਵਾ ਲਵਾਂ। ਇੱਕ ਦਿਨ ਮੈਂ ਉਸਨੂੰ ਪੁੱਛ ਹੀ ਲਿਆ ਕਿ ਤੂੰ ਮੇਰੇ ਨਾਲ ਵਿਆਹ ਕਰਵਾਏਂਗਾ। ਪਹਿਲਾਂ ਤਾਂ ਉਹ ਮੈਨੂੰ ਦੇਖ ਕੇ ਹੈਰਾਨ ਹੋ ਗਿਆ। ਫਿਰ ਉਸਨੇ ਮੇਰੇ ਤੋਂ ਥੋੜ੍ਹਾ ਸਮਾਂ ਮੰਗਿਆ ਅਤੇ ਕਿਹਾ, ਮੈਂ ਆਪਣੇ ਘਰ ਵਾਲਿਆਂ ਨਾਲ ਗੱਲ ਕਰਕੇ ਫਿਰ ਤੁਹਾਨੂੰ ਦੱਸਾਂਗਾ, ਕਿਉਂਕਿ ਮੈਂ ਆਪਣੇ ਘਰਦਿਆਂ ਦੀ ਹੀ ਮਰਜ਼ੀ ਨਾਲ ਹੀ ਵਿਆਹ ਕਰਵਾਉਣ ਅਤੇ ਮੇਰੇ ਮਾਂ-ਬਾਪ ਨਹੀਂ ਅਤੇ ਮੇਰੇ 2 ਭੈਣਾਂ ਅਤੇ 1 ਭਰਾ ਹੈ, ਉਹਨਾਂ ਨੂੰ ਪੁੱਛ ਕੇ ਹੀ ਤੁਹਾਨੂੰ ਦੱਸਾਂਗਾ। ਕਿਉਂਕਿ ਮੈਂ ਉਸ ਦੇ ਅੱਗੇ ਇੱਕ ਸ਼ਰਤ ਰੱਖੀ ਸੀ ਕਿ ਮੈਂ ਵਿਆਹ ਕਰਕੇ ਤੇਰੇ ਘਰ ਨਹੀਂ ਜਾਵਾਂਗੀ, ਸਗੋਂ ਤੂੰ ਮੇਰੇ ਘਰ ਰਹੇਂਗਾ ਅਤੇ ਮੈਂ ਉਸਦੇ ਘਰ ਵਾਲਿਆਂ ਨਾਲ ਕੋਈ ਨੇੜਤਾ ਨਹੀਂ ਰੱਖਣੀ ਅਤੇ ਨਾ ਹੀ ਉਸਦੇ ਘਰ ਵਾਲੇ ਮੈਨੂੰ ਮਿਲਣਗੇ ਅਤੇ ਸਾਡੇ ਵਿਆਹ ਵਿੱਚ ਵੀ ਉਸਦੇ ਘਰ ਵਾਲੇ ਨਹੀਂ ਆਉਣਗੇ। ਕਿਉਂਕਿ ਮੈਂ ਜਾਣਦੀ ਸੀ ਉਸਦੀ ਅਤੇ ਮੇਰੀ ਕਲਾਸ ਵਿੱਚ ਬਹੁਤ ਫਰਕ ਹੈ, ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਸੀ ਕਿ ਉਹ ਮੇਰੇ ਦੌਲਤ ਦੇ ਲਾਲਚ ਵਿੱਚ ਆ ਜਾਣ। ਉਸਨੇ ਮੇਰੇ ਤੋਂ 2 ਹਫ਼ਤਿਆਂ ਦਾ ਵਕਤ ਮੰਗਿਆ, ਪਰ ਮੈਨੂੰ ਪੂਰਾ ਭਰੋਸਾ ਸੀ ਕਿ ਉਹ ਮੈਨੂੰ ਵਿਆਹ ਲਈ ਮਨਾ ਨਹੀਂ ਕਰਨਗੇ, ਕਿਉਂਕਿ ਜਿੰਨਾ ਪਿਆਰ ਮੈਂ ਉਸਨੂੰ ਕਰਨ ਲੱਗੀ ਸੀ ਉਹ ਵੀ ਓਨਾ ਹੀ ਪਿਆਰ ਮੈਨੂੰ ਕਰਦਾ ਸੀ। ਫਿਰ 2 ਹਫ਼ਤਿਆਂ ਬਾਅਦ ਉਸਨੇ ਮੈਨੂੰ ਦੱਸਿਆ ਕਿ ਉਸਦੀ ਭੈਣ ਵਿਆਹ ਕਰਨ ਲਈ ਮੰਨ ਗਈ। ਫਿਰ ਸਾਡਾ ਵਿਆਹ ਹੋ ਗਿਆ, ਸਾਦਗੀ ਨਾਲ ਹੋ ਗਿਆ। ਅਸੀਂ ਆਪਣੇ ਵਿਆਹ ਬਾਰੇ ਜ਼ਿਆਦਾ ਲੋਕਾਂ ਨੂੰ ਨਹੀਂ ਦੱਸਿਆ, ਕਿਉਂਕਿ ਮੇਰੇ ਪਤੀ ਮੇਰੇ ਹੀ ਅਸਿਸਟੈਂਟ ਸੀ, ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਫੈਕਟਰੀ ਵਿੱਚ ਕਿਸੇ ਕਿਸਮ ਦੀ ਮੇਰੇ ਬਾਰੇ ਕੋਈ ਗੱਲ ਹੋਵੇ। ਵਿਆਹ ਵਾਲੀ ਰਾਤ ਮੇਰੀ ਭੈਣੀ ਜਦੋਂ ਮੇਰੇ ਕਮਰੇ ਵਿੱਚ ਆਇਆ ਤਾਂ ਉਹ ਬਹੁਤ ਖੁਸ਼ ਸੀ ਅਤੇ ਮੈਂ ਵੀ ਬਹੁਤ ਖੁਸ਼। ਫਿਰ ਉਸਨੇ ਗੱਲਾਂ ਵਿੱਚ ਮੈਨੂੰ ਕਿਹਾ ਕਿ ਮੈਂ ਤੈਨੂੰ ਆਪਣੀ ਜ਼ਿੰਦਗੀ ਦਾ ਇੱਕ ਸੱਚ ਦੱਸਣਾ ਚਾਹੁੰਦਾ, ਤੂੰ ਮੇਰੇ ਨਾਲ ਨਾਰਾਜ਼ ਤਾਂ ਨਹੀਂ ਹੋਵੇਂਗੀ। ਮੈਂ ਉਸਨੂੰ ਬਹੁਤ ਪਿਆਰ ਕਰਦੀ ਸੀ। ਮੈਂ ਉਸਨੂੰ ਕਿਹਾ ਬਿਲਕੁਲ ਨਹੀਂ, ਪਰ ਜਦੋਂ ਉਸਨੇ ਸੱਚ ਮੇਰੇ ਸਾਹਮਣੇ ਰੱਖਿਆ ਤਾਂ ਮੇਰੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ, ਕਿਉਂਕਿ ਉਸਦਾ ਸੱਚ ਮੇਰੀ ਪੂਰੀ ਜ਼ਿੰਦਗੀ ਪਲਟ ਕੇ ਰੱਖ ਦੇਣ ਵਾਲਾ ਸੀ। ਮੈਨੂੰ ਉਸਨੇ ਦੱਸਿਆ ਕਿ ਮੈਂ ਇੱਕ ਨਾਮਰਦ ਹਾਂ
ਮੈਂ ਤੈਨੂੰ ਜ਼ਿੰਦਗੀ ਵਿੱਚ ਕਦੇ ਵੀ ਬੱਚਾ ਨਹੀਂ ਦੇ ਸਕਦਾ। ਮੈਂ ਉਸ ਨਾਲ ਇਹ ਸੁਣ ਕੇ ਬਹੁਤ ਨਾਰਾਜ਼ ਹੋਈ, ਪਰ ਮੈਂ ਉਸ ਨੂੰ ਛੱਡ ਨਹੀਂ ਸਕਦੀ ਸੀ ਕਿਉਂਕਿ ਮੈਂ ਉਸ ਨੂੰ ਪਿਆਰ ਕਰਦੀ ਸੀ। ਨਾਰਾਜ਼ ਮੈਂ ਇਸ ਕਰਕੇ ਹੋਈ, ਉਸਨੇ ਵਿਆਹ ਤੋਂ ਪਹਿਲਾਂ ਇਹ ਸਭ ਨਹੀਂ ਦੱਸਿਆ। ਉਹ ਕਹਿਣ ਲੱਗਿਆ, ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਜੋ ਇਹ ਪਹਿਲਾਂ ਦੱਸ ਦਿੰਦਾ ਤਾਂ ਸ਼ਾਇਦ ਤੂੰ ਮੇਰੇ ਨਾਲ ਵਿਆਹ ਨਾ ਕਰਵਾਉਂਦੀ। ਇਸੇ ਤਰ੍ਹਾਂ ਸ਼ਾਦੀशुदा ਜ਼ਿੰਦਗੀ ਬਿਨਾਂ ਰਿਸ਼ਤਾ ਬਣਾਏ ਚੱਲ ਪਈ। ਮੇਰੀ ਮਾਂ ਬਾਪ ਦੇ ਜਾਣ ਤੋਂ ਬਾਅਦ ਉਸਨੇ ਮੈਨੂੰ ਉਹਨਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਸਾਡੇ ਵਿਆਹ ਨੂੰ 1 ਸਾਲ ਹੋ ਗਿਆ। ਇੱਕ ਦਿਨ ਮੈਂ ਅਰੁਣ ਨੂੰ ਕਿਹਾ ਕਿ ਆਪਾਂ ਕੋਈ ਬੱਚਾ ਗੋਦ ਲੈਣਾ ਹੈ। ਉਸਨੇ ਆਪਣੀ ਜ਼ਿੰਦਗੀ ਵਿੱਚ ਵੀ ਖੁਸ਼ੀਆਂ ਆ ਜਾਣਗੀਆਂ, ਲੇਕਿਨ ਅਰੁਣ ਨੇ ਮੈਨੂੰ ਹਮੇਸ਼ਾ ਹੀ ਕਹਿ ਕੇ ਮਨਾ ਕਰ ਦਿੱਤਾ ਕਿ ਆਪਾਂ ਕਿਸੇ ਦੇ ਬੱਚੇ ਨੂੰ ਗੋਦ ਨਹੀਂ ਲੈ ਸਕਦੇ। ਮੈਂ ਅਰੁਣ ਦੇ ਫੈਸਲੇ ਦੇ ਅੱਗੇ ਹਾਰ ਮੰਨ ਜਾਂਦੀ। ਹੁਣ ਮੇਰਾ ਸਾਰਾ ਕਾਰੋਬਾਰ ਅਰੁਣ ਦੇਖਣ ਲੱਗਿਆ। ਕਾਫੀ ਪ੍ਰਾਪਰਟੀ ਅਰੁਣ ਦੇ ਨਾਮ ਵੀ ਕਰ ਦਿੱਤੀ। ਮੇਰੀ ਜ਼ਿੰਦਗੀ ਵਿੱਚ ਸਭ ਤੋਂ ਨੇੜੇ ਹੋਈ ਸੀ। ਕਦੇ ਕਦੇ ਮੈਨੂੰ ਲੱਗਦਾ ਜ਼ਿੰਦਗੀ ਵਿੱਚ ਦੀ ਕਮੀ ਇਸ ਕਦਰ ਮਹਿਸੂਸ ਹੁੰਦੀ ਕਿ ਮੈਂ ਰੋਣ ਲੱਗ ਜਾਂਦੀ। ਅਰੁਣ ਮੇਰੇ ਰੋਣ ਦੇਖ ਕੇ ਪਰੇਸ਼ਾਨ ਹੋ ਜਾਂਦਾ, ਮੈਨੂੰ ਤਸੱਲੀ ਦਿੰਦਾ ਕਿ ਜੇ ਰੱਬ ਨੇ ਚਾਹਿਆ ਤਾਂ ਆਪਣੀ ਕਿਸਮਤ ਵਿੱਚ ਔਲਾਦ ਜ਼ਰੂਰ ਆਵੇਗੀ। ਉਸਦੀ ਇਹ ਗੱਲ ਸੁਣ ਕੇ ਮੈਂ ਸਬਰ ਕਰ ਲੈਂਦੀ। ਇੱਕ ਦਿਨ ਅਰੁਣ ਨੇ ਮੈਨੂੰ ਦੱਸਿਆ ਕਿ ਉਸਦੀ ਭੈਣ ਦਾ ਪਤੀ ਮਰ ਚੁੱਕਿਆ ਹੈ ਤੇ ਉਸਦੀ ਭੈਣ ਦੀ ਹਾਲਤ ਬਹੁਤ ਖਰਾਬ ਹੈ। ਉਹ ਮੁਸ਼ਕਲ ਨਾਲ ਆਪਣੇ ਬੱਚੇ ਨੂੰ ਪਾਲ ਰਹੀ ਹੈ। ਇਹ ਗੱਲ ਸੁਣ ਕੇ ਮੈਂ ਉਸਨੂੰ ਕਿਹਾ, ਆਪਾਂ ਉਸ ਦੀ ਹੀ ਮਦਦ ਕਰ ਸਕਦੇ ਹਾਂ। ਤੇਰੀ ਭੈਣ ਨੂੰ ਜੋ ਚਾਹੀਦਾ ਉਸਨੂੰ ਦੇ ਦੇ। ਅਰੁਣ ਨੇ ਮੈਨੂੰ ਕਿਹਾ, ਜੇ ਆਪਾਂ ਉਸਦਾ ਬੱਚਾ ਹੀ ਗੋਦ ਲੈ ਲਈਏ ਤਾਂ ਉਸਦੀ ਮਦਦ ਹੋ ਸਕਦੀ ਆ ਤੇ ਆਪਾਂ ਵੀ ਬੇਔਲਾਦ ਨਹੀਂ ਰਹਾਂਗੇ ਤੇ ਮੇਰੀ ਭੈਣ ਨੂੰ ਵੀ ਆਪਾਂ ਇਸੇ ਘਰ ਦੇ ਇੱਕ ਕੋਨੇ ਵਿੱਚ ਜਗ੍ਹਾ ਦੇਵਾਂਗੇ। ਉਹ ਆਪਣੀ ਸੇਵਾ ਕਰੂਗੀ। ਬੱਚੇ ਦਾ ਨਾਮ ਸੁਣ ਕੇ ਮੈਂ ਤਾਂ ਮੇਰੇ ਅੰਦਰ ਜਿਵੇਂ ਨਵੀਂ ਜ਼ਿੰਦਗੀ ਨੇ ਜਨਮ ਲਿਆ। ਮੈਂ ਝੱਟ ਹਾਂ ਕਰ ਦਿੱਤੀ। ਮੇਰੇ ਘਰ ਬਹੁਤ ਵੱਡਾ ਸੀ ਤੇ ਮੈਂ ਉਸਦੀ ਭੈਣ ਨੂੰ ਰਹਿਣ ਲਈ ਵੀ ਹਾਂ ਕਰ ਦਿੱਤੀ ਤੇ ਅਰੁਣ ਆਪਣੀ ਭੈਣ ਦੇ ਭਾਣਜੇ ਨੂੰ ਲੈ ਕੇ ਮੇਰੇ ਘਰੇ ਆ ਗਿਆ ਤੇ ਘਰ ਆਉਂਦੇ ਹੀ ਉਸਦੀ ਭੈਣ ਨੇ ਆਪਣਾ ਬੱਚਾ ਮੇਰੀ ਗੋਦ ਵਿੱਚ ਰੱਖ ਦਿੱਤਾ ਤੇ ਕਿਹਾ, ਇਸ ਦਾ ਨਾਮ ਵੀ ਤੁਸੀਂ ਖੁਦ ਹੀ ਰੱਖਣਾ। ਸੁਣ ਕੇ ਮੈਂ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਮੈਂ ਬੱਚੇ ਦਾ ਨਾਮ ਰੱਖ ਲਿਆ। ਬੱਚਾ ਬਹੁਤ ਹੀ ਖੂਬਸੂਰਤ ਸੀ ਤੇ ਥੋੜ੍ਹਾ ਥੋੜ੍ਹਾ ਅਰੁਣ ਜਿਹਾ ਲੱਗਦਾ। ਮੈਂ ਜਦੋਂ ਵੀ ਉਸਨੂੰ ਗੌਰ ਨਾਲ ਦੇਖਦੀ ਤਾਂ ਮੈਨੂੰ ਲੱਗਦਾ ਮੈਂ ਅਰੁਣ ਨੂੰ ਹੀ ਦੇਖ ਰਹੀ ਹਾਂ ਕਿਉਂਕਿ ਉਹ ਬਿਲਕੁਲ ਅਰੁਣ ਵਰਗਾ ਸੀ। ਮੈਂ ਖੁਸ਼ੀ ਬੱਚੇ ਦੀ ਦੇਖਭਾਲ ਕਰਨ ਲੱਗੀ। ਮੈਂ ਆਪਣੇ ਕਾਰੋਬਾਰ ਤੋਂ ਦੂਰੀ ਬਣਾ ਲਈ। ਹੁਣ ਸਭ ਕੁਝ ਅਰੁਣ ਦੇ ਹੱਥ ਵਿੱਚ ਸੀ। ਉਹ ਮੈਨੂੰ ਬੱਚੇ ਦੇ ਨਾਲ ਬਿਜੀ ਦੇਖ ਕੇ ਆਪਣੀ ਭੈਣ ਦੇ ਕੋਲ ਜਾ ਕੇ ਬਹਿ ਜਾਂਦਾ ਤੇ ਉਸਦੀ ਭੈਣ ਵੀ ਉਸਦੇ ਨਾਲ ਵਕਤ ਗੁਜ਼ਾਰਦੀ। ਕਿਉਂਕਿ ਮੈਨੂੰ ਬੱਚਾ ਮਿਲ ਗਿਆ ਸੀ, ਮੈਨੂੰ ਉਹਨਾਂ ਦੋਨਾਂ ਦਾ ਵਕਤ ਗੁਜ਼ਾਰਨਾ ਬੁਰਾ ਨਹੀਂ ਲੱਗਦਾ ਸੀ। ਹੁਣ ਜਦੋਂ ਰਾਤ ਨੂੰ ਬੱਚਾ ਰੋਣ ਲੱਗਦਾ ਤਾਂ ਅਰੁਣ ਉੱਠ ਕੇ ਆਪਣੀ ਭੈਣ ਦੇ ਕਮਰੇ ਵਿੱਚ ਚਲਾ ਜਾਂਦਾ ਤੇ ਉੱਥੇ ਹੀ ਸੌਂ ਜਾਂਦਾ। ਹੁਣ ਮੈਨੂੰ ਅਰੁਣ ਨਾਲ ਵੀ ਇੰਨਾ ਲਗਾਵ ਨਹੀਂ ਸੀ ਜਿੰਨਾ ਉਸਦੇ ਬੱਚੇ ਨਾਲ। ਮੈਨੂੰ ਪਾਲਦੇ ਮੈਨੂੰ 3-4 ਮਹੀਨੇ ਹੋ ਗਏ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾ ਰਿਹਾ ਸੀ ਮੈਂ ਉਹਨਾਂ ਬਹੁਤ ਹੀ ਵਿਅਸਤ ਹੁੰਦੀ ਜਾ ਰਹੀ ਸੀ। ਮੈਂ ਅਰੁਣ ਨੂੰ ਵਕਤ ਨਹੀਂ ਦੇ ਪਾਉਂਦੀ ਸੀ ਤੇ ਉਹ ਵੀ ਮੇਰੇ ਤੇ ਕੋਈ ਸ਼ਿਕਾਇਤ ਨਹੀਂ ਕਰਦਾ ਸੀ। ਅਰੁਣ ਦਫ਼ਤਰ ਤੋਂ ਆਉਂਦਾ ਤਾਂ ਆਪਣੀ ਭੈਣ ਦੇ ਕੋਲ ਹੀ ਬੈਠ ਜਾਂਦਾ। ਮੈਂ ਆਪਣੇ ਵਕੀਲ ਨੂੰ ਕਿਹਾ ਕਿ ਕਾਨੂੰਨੀ ਕਾਗਜ਼ਾਤ ਵੀ ਬਣਵਾ ਲਏ ਸੀ, ਜਿਸ ਨਾਲ ਮੈਂ ਬੱਚੇ ਨੂੰ ਕਾਨੂੰਨੀ ਤੌਰ 'ਤੇ ਗੋਦ ਲੈ ਲਿਆ ਸੀ ਤੇ ਹੁਣ ਅਰੁਣ ਦੀ ਭੈਣ ਮੇਰੇ ਤੋਂ ਇੱਕ ਬੱਚਾ ਵਾਪਸ ਨਹੀਂ ਲੈ ਸਕਦੀ ਸੀ। ਮੈਂ ਉਸਦੀ ਭੈਣ ਤੋਂ ਬਹਾਨਾ ਬਣਾ ਕੇ ਦਸਤਖਤ ਕਰਵਾ ਲਏ ਸੀ ਕਿ ਮੈਂ ਉਸਦੇ ਬੱਚੇ ਦੀ ਪ੍ਰਾਪਰਟੀ ਖਰੀਦ ਰਹੀ ਹਾਂ। ਮੇਰੇ ਮੂੰਹ ਵਿੱਚ ਇਹ ਸੁਣ ਕੇ ਅਰੁਣ ਦੀ ਭੈਣ ਬਹੁਤ ਖੁਸ਼ ਹੋਈ ਤੇ ਉਸਨੇ ਬਿਨਾਂ ਕਾਗਜ਼ਾਤ ਪੜ੍ਹੇ ਹੀ ਦਸਤਖਤ ਕਰ ਦਿੱਤੇ ਅਤੇ ਇਹ ਬੱਚਾ ਹੁਣ ਕਾਨੂੰਨੀ ਤੌਰ 'ਤੇ ਮੇਰਾ ਹੋ ਗਿਆ ਸੀ। ਇੱਕ ਦਿਨ ਬੱਚੇ ਨੂੰ ਨਵਾਉਂਦੇ ਹੋਏ ਮੇਰੀ ਦੀ ਪਿੱਠ 'ਤੇ ਨਿਗਾਹ ਪਈ ਤਾਂ ਮੈਂ ਦੇਖਿਆ ਉਸਦੀ ਪਿੱਠ 'ਤੇ ਉਹੋ ਜਿਹੇ ਨਿਸ਼ਾਨ ਸੀ ਜਿਹੋ ਜਿਹੇ ਨਿਸ਼ਾਨ ਅਰੁਣ ਦੀ ਪਿੱਠ 'ਤੇ ਸੀ। ਇਹ ਦੇਖ ਕੇ ਮੈਂ ਥੋੜ੍ਹਾ ਹੈਰਾਨ ਤਾਂ ਹੋਈ, ਪਰ ਮੈਂ ਅਣਗੌਲਿਆ ਕਰ ਦਿੱਤਾ। ਫਿਰ ਇੱਕ ਦਿਨ ਮੈਂ ਕਿਚਨ ਵਿੱਚ ਆ ਰਹੀ ਸੀ ਤਾਂ ਮੈਂ ਅਰੁਣ ਭੈਣ ਦੇ ਕਮਰੇ ਵਿੱਚੋਂ ਹੱਸਦਿਆਂ ਹੋਇਆਂ ਆਵਾਜ਼ ਸੁਣੀ ਤੇ ਇਹ ਦੇਖ ਕੇ ਮੈਂ ਥੋੜ੍ਹਾ ਰੁਕ ਗਈ। ਜਦੋਂ ਗੱਲਾਂ ਸੁਣੀਆਂ ਤਾਂ ਮੇਰੇ ਹੇਠੋਂ ਜ਼ਮੀਨ ਨਿਕਲ ਗਈ। ਕਮਰੇ ਦਾ ਦਰਵਾਜ਼ਾ ਪੂਰੀ ਤਰ੍ਹਾਂ ਬੰਦ ਨਹੀਂ ਸੀ। ਅਰੁਣ ਦੀ ਭੈਣ ਕਹਿ ਰਹੀ ਸੀ, ਪਹਿਲਾਂ ਦਰਵਾਜ਼ਾ ਤਾਂ ਲੌਕ ਕਰ ਲਓ, ਕਿਤੇ
ਤੇਰੀ ਦੂਜੀ ਘਰਵਾਲੀ ਨਾ ਦੇਖ ਲਵੇ। ਅਰੁਣ ਨੇ ਕਿਹਾ, ਹੁਣ ਉਸ ਬੇਵਕੂਫ ਨੂੰ ਇੰਨੀ ਫੁਰਸਤ ਕਿੱਥੇ, ਉਹ ਤਾਂ ਆਪਣੇ ਬੱਚਾ ਲੈ ਕੇ ਦਿਨ ਰਾਤ ਉਸਦੇ ਵਿੱਚ ਲੱਗੀ ਰਹਿੰਦੀ ਆ। ਮੈਂ ਤੇਰੀ ਮੁਹੱਬਤ ਵਿੱਚ ਇੰਨਾ ਸੱਚਾ ਹਾਂ ਕਿ ਮੈਂ ਉਸ ਦੀ ਤਰਫ ਦੇਖਦਾ ਵੀ ਨਹੀਂ। ਦੇਖ, ਮੈਂ ਕਿਸੇ ਤਰ੍ਹਾਂ ਦੀ ਦੁਨੀਆ ਦੀ ਸਾਰੀਆਂ ਖੁਸ਼ੀਆਂ ਤੇਰੇ ਕਦਮਾਂ ਵਿੱਚ ਰੱਖ ਦਿੱਤੀਆਂ। ਕਿਵੇਂ ਤੂੰ ਛੋਟੀ ਛੋਟੀ ਚੀਜ਼ਾਂ ਨੂੰ ਤਰਸਦੀ ਰਹਿੰਦੀ ਸੀ, ਹੁਣ ਦੇਖ ਇੰਨੇ ਵੱਡੇ ਬੰਗਲੇ ਵਿੱਚ ਕਿਵੇਂ ਸ਼ਾਨ ਨਾਲ ਰਹਿੰਦੀ ਆ। ਆਪਣਾ ਬੱਚਾ ਵੀ ਵਧੀਆ ਜ਼ਿੰਦਗੀ ਜੀ ਰਿਹਾ ਹੈ, ਤੈਨੂੰ ਸੰਭਾਲਣਾ ਵੀ ਨਹੀਂ ਪੈਂਦਾ। ਫ੍ਰੀ ਵਿੱਚ ਕੰਮ ਵਾਲੀ ਮਿਲੀ ਹੋਈ ਹੈ। ਤੂੰ ਐਵੇਂ ਹੀ ਮੈਨੂੰ ਉਹਦੇ ਨਾਲ ਵਿਆਹ ਕਰ ਤੋਂ ਰੋਕ ਰਹੀ ਸੀ। ਮੈਂ ਕਿਹਾ ਸੀ ਨਾ, ਉਹ ਅਨਾਥ ਹੈ ਜਿਸ ਦਾ ਇਸ ਦੁਨੀਆ ਵਿੱਚ ਕੋਈ ਨਹੀਂ। ਉਹ ਮੁਹੱਬਤ ਦੀ ਭਿਖਾਰਣ ਹੈ। ਮੈਂ ਥੋੜ੍ਹੇ ਜਿਹਾ ਉਸ ਦਾ ਸਾਥ ਦਿੱਤਾ ਤੇ ਉਸਨੇ ਸਾਰਾ ਕਾਰੋਬਾਰ ਮੇਰੇ ਹਵਾਲੇ ਕਰ ਦਿੱਤਾ। ਤੇਰੇ ਪਤੀ ਬੌਸ ਆ, ਬੌਸ ਸਾਰੇ ਹੀ ਮੇਰੇ ਅੱਗੇ ਪਿੱਛੇ ਘੁੰਮਦੇ ਆ ਤੇ ਉਹ ਔਰਤ ਤਾਂ ਮੇਰੀ ਮਰਦਾਨਗੀ ਦੇ ਬਗੈਰ ਮੈਨੂੰ ਚਿਪਕੀ ਰਹਿੰਦੀ ਹੈ। ਅੱਜ ਅਰੁਣ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜੋ ਸਾਡੇ ਰਿਸ਼ਤੇ ਨੂੰ ਖਤਮ ਕਰਨ ਲਈ ਕਾਫੀ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਤੇ ਮੈਂ ਚੁੱਪਚਾਪ ਆਪਣੇ ਕਮਰੇ ਵਿੱਚ ਆ ਗਈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਠਾਣ ਲਿਆ ਸੀ ਮੈਂ ਕਿ ਇੰਨੀ ਆਸਾਨੀ ਨਾਲ ਤਾਂ ਮੈਂ ਇਹਨਾਂ ਨੂੰ ਮਾਫ਼ ਨਹੀਂ ਕਰੂੰਗੀ। ਮੈਨੂੰ ਸਵੇਰ ਦਾ ਇੰਤਜ਼ਾਰ ਸੀ। ਸਵੇਰੇ ਹੁੰਦਿਆਂ ਹੀ ਅਰੁਣ ਨੂੰ ਕਿਹਾ, ਮੈਂ ਵੀ ਅੱਜ ਤੇਰੇ ਨਾਲ ਦਫ਼ਤਰ ਜਾਵਾਂਗੀ। ਤੇ ਸੁਣ ਮੈਂ ਅਰੁਣ ਚੌਂਕ ਗਿਆ, ਪਰ ਮੈਂ ਉਸਨੂੰ ਜ਼ਾਹਰ ਨਹੀਂ ਹੋਣ ਦਿੱਤਾ। ਮੈਂ ਉਸਨੂੰ ਕਿਹਾ ਕਿ ਵਕੀਲ ਸਾਹਿਬ ਬਹੁਤ ਵਧੀਆ ਜ਼ਮੀਨ ਬਹੁਤ ਸਸਤੇ ਰੇਟ 'ਤੇ ਆਪਾਂ ਨੂੰ ਦਵਾ ਰਹੇ ਆ ਤੇ ਜਿੱਥੇ ਆਪਾਂ ਨਵੀਂ ਫੈਕਟਰੀ ਲਾਵਾਂਗੇ। ਇਹ ਸੁਣ ਕੇ ਮੈਂ ਅਰੁਣ ਖੁਸ਼ ਹੋ ਗਿਆ ਤੇ ਮੈਂ ਵਕੀਲ ਸਾਹਿਬ ਨੂੰ ਪਹਿਲਾਂ ਹੀ ਜ਼ਰੂਰੀ ਕਾਗਜ਼ਾਤ ਬਣਾਉਣ ਨੂੰ ਕਹਿ ਚੁੱਕੀ ਸੀ। ਵਕੀਲ ਸਾਹਿਬ ਦੁਪਹਿਰੇ ਦਫ਼ਤਰ ਵਿੱਚ ਆਏ ਤੇ ਮੈਂ ਉਹ ਸਾਰੇ ਕਾਗਜ਼ਾਤ ਅਰੁਣ ਦੇ ਸਾਹਮਣੇ ਰੱਖ ਦਿੱਤੇ ਤੇ ਕਿਹਾ, ਇਹਨਾਂ 'ਤੇ ਦਸਤਖਤ ਕਰ ਦੇ। ਅਰੁਣ ਪਹਿਲਾਂ ਤਾਂ ਹੈਰਾਨ ਜਿਹਾ ਹੋਇਆ, ਪਰ ਉਸਨੂੰ ਇਹ ਕਿਹਾ, ਇਹ ਜ਼ਮੀਨ ਤੇਰੇ ਨਾਂ 'ਤੇ ਖਰੀਦ ਰਹੇ ਹਾਂ। ਉਹ ਖੁਸ਼ੀ ਵਿੱਚ ਅੰਨਾ ਹੋਇਆ ਪਿਆ ਸੀ। ਬਿਨਾਂ ਪੜ੍ਹੇ ਦਸਤਖਤ ਕਰ ਦਿੱਤੇ। ਮੈਂ ਘਰ ਵਾਪਸ ਆ ਕੇ ਅਰੁਣ ਦੀ ਪਤਨੀ ਤੋਂ ਆਪਣਾ ਬੱਚਾ ਵਾਪਸ ਲੈ ਲਿਆ ਤੇ ਕਮਰੇ ਵਿੱਚ ਆ ਗਈ। ਅੱਜ ਰਾਤ ਫਿਰ ਮੈਂ ਉਸ ਦੋਨਾਂ ਨੂੰ ਦਰਵਾਜ਼ੇ ਦੇ ਬਾਹਰ ਖੜ੍ਹ ਕੇ ਦੇਖਿਆ। ਦਰਵਾਜ਼ਾ ਅੱਜ ਵੀ ਬੰਦ ਨਹੀਂ ਸੀ। ਅੱਜ ਤਾਂ ਕਮਰੇ ਵਿੱਚ ਪਾਰਟੀ ਹੋ ਰਹੀ ਸੀ। ਨਵੀਂ ਜ਼ਮੀਨ ਜੋ ਖਰੀਦੀ ਸੀ। ਦਰਵਾਜ਼ਾ ਖੋਲ੍ਹਿਆ ਤੇ ਅੰਦਰ ਚਲੀ ਗਈ। ਅੱਗੇ ਵੱਧ ਕੇ ਤਾੜ ਅਰੁਣ ਦੇ 3-4 ਥੱਪੜ ਦੀ ਬਾਰਿਸ਼ ਕਰ ਦਿੱਤੀ ਤੇ ਆਪਣੇ ਹੱਥ ਵਿੱਚ ਫੜੇ ਸਾਰੇ ਕਾਗਜ਼ਾਤ ਉਸਨੂੰ ਮੂੰਹ 'ਤੇ ਮਾਰੇ। ਮੈਂ ਨਾ ਸਿਰਫ ਉਸ ਤੋਂ ਸਾਰੀ ਜ਼ਮੀਨ ਜਾਇਦਾਦ ਵਾਪਸ ਲੈ ਲਈ, ਬਲਕਿ ਉਸਨੂੰ ਤਲਾਕ ਵੀ ਦੇ ਦਿੱਤਾ। ਹੁਣ ਮੇਰੇ ਉਸਦੇ ਨਾਲ ਕੋਈ ਵਾਸਤਾ ਨਹੀਂ ਸੀ। ਮੈਂ ਤੁਰੰਤ ਉਹਨਾਂ ਦੇ ਦੋਨਾਂ ਨੂੰ ਘਰੋਂ ਵਿੱਚੋਂ ਨਿਕਲਣ ਲਈ ਕਿਹਾ। ਅਰੁਣ ਮੈਨੂੰ ਝੂਠੀ ਮੁਹੱਬਤ ਦੀਆਂ ਕਸਮਾਂ ਦੇਣ ਲੱਗਿਆ ਤੇ ਮੈਂ ਉਸਦੇ 2 ਥੱਪੜ ਹੋਰ ਮਾਰੇ ਤੇ ਜਾਂਦੀ ਹੋਈ ਉਸਦੀ ਪਤਨੀ ਮੇਰੇ ਕੋਲ ਬੱਚਾ ਲੈਣ ਆਈ ਤਾਂ ਮੈਂ ਉਸਨੂੰ ਇਹ ਦੱਸ ਦਿੱਤਾ ਕਿ ਉਹ ਪੈਰੋਂ ਹੇਠੋਂ ਜ਼ਮੀਨ ਕੱਢ ਦਿੱਤੀ ਕਿ ਇਸੇ ਬੱਚੇ 'ਤੇ ਉਸਦਾ ਕੋਈ ਹੱਕ ਨਹੀਂ। ਉਹ ਮੇਰੇ ਪੈਰਾਂ ਉੱਤੇ ਡਿੱਗ ਗਈ ਤੇ ਮੈਨੂੰ ਉਸ 'ਤੇ ਰਹਿਮ ਨਹੀਂ ਆਇਆ। ਉਹ ਦੋਨੋਂ ਖਾਲੀ ਹੱਥ ਮੇਰੇ ਘਰੋਂ ਨਿਕਲ ਗਏ। ਮੈਂ ਆਪਣਾ ਬੱਚਾ ਆਪਣੀ ਗੋਦ ਵਿੱਚ ਉਠਾਇਆ ਤੇ ਆਪਣੇ ਸੀਨੇ ਨਾਲ ਲਾ ਲਿਆ। ਬੱਚਾ ਮੈਨੂੰ ਦੇਖ ਕੇ ਮੁਸਕਰਾਇਆ। ਉਹ ਦੋਨਾਂ ਨੇ ਲਾਲਚ ਵਿੱਚ ਆ ਕੇ ਮੈਂ ਆਪਣਾ ਬੱਚਾ ਵੀ ਗਵਾ ਲਿਆ। ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ, ਲਾਈਕ ਕਰੋ, ਸ਼ੇਅਰ ਕਰੋ। ਧੰਨਵਾਦ।